मैक्सिमा एंड मिनिमा फाइंड करने का साडा एक दूसरा मैथड है, उन्होंने असीं कहने सैकेंड डेरिवेटिव टेस्ट। तो ये इंपॉर्टेंट है फर्स्ट डेरिवेटिव टेस्ट नाल, क्योंकि ईजी है इनू यूज़ करना। तो इनू ज़्यादातर वारी असीं इसे नू यूज़ करांगे जिथे भी सानू जिथे भी ये एप्लीकेबल होएगा। कई थां ते एप्लीकेबल नहीं हुंदा, उस थां ते सानू फिर फर्स्ट डेरिवेटिव टेस्ट ही लाउणा पैंदा। तो आपां इहनूं डिस्कस करिए की कहंदा है। Let f be a function defined on an interval I and c belongs to I such that f is twice differentiable at c and f double dash c equals to 0। f I इंटरवल ते डिफाइन है ते ਉਹਦੇ ਵਿੱਚ ਇੱਕ ਪੁਆਇੰਟ ਹੈ ਸੀ I ਦੇ ਵਿੱਚ ਇੰਟਰਵਲ ਦੇ ਵਿੱਚ x equal to c ਇੱਕ ਪੁਆਇੰਟ ਹੈ ਤੇ ਉਹ ਕਿਦਾਂ ਦਾ ਪੁਆਇੰਟ ਹੈ, ਉਹਦੇ ਤੇ f ਦਾ ਡਬਲ ਡੈਰੀਵੇਟਿਵ ਫਾਈਂਡ ਕੀਤਾ ਜਾ ਸਕਦਾ ਹੈ। ਇਹਨੂੰ f ਨੂੰ ਦੋ ਵਾਰ ਡਿਫਰੈਂਸ਼ੀਏਟ ਕੀਤਾ ਜਾ ਸਕਦਾ c ਦੇ ਉੱਤੇ। ਇੱਕ ਤਾਂ ਗੱਲ ਇਹ ਹੈ। ਦੂਸਰੀ ਗੱਲ ਇਹ ਹੈ ਵੀ f ਡੈਸ਼ c ਇਕੁਅਲ ਟੂ 0 ਹੈ। f ਡੈਸ਼ c ਇਕੁਅਲ ਟੂ 0 ਕਦੋਂ ਹੁੰਦਾ? ਜਦੋਂ x ਇਕੁਅਲ ਟੂ c ਕੀ ਹੋਵੇ, ਕ੍ਰਿਟੀਕਲ ਪੁਆਇੰਟ ਹੋਵੇ। ਤਾਂ ਇਹਦਾ ਮਤਲਬ f ਜਿਹੜੇ ਇੰਟਰਵਲ ਦੇ ਉੱਤੇ ਡਿਫਾਈਨ ਆ ਉਹਦੇ ਵਿੱਚ ਇੱਕ ਸਾਡੇ ਕੋਲੇ c ਇਹੋ ਜਿਹਾ ਪੁਆਇੰਟ ਹੋਣਾ ਚਾਹੀਦਾ ਜਿਹੜਾ ਕ੍ਰਿਟੀਕਲ ਪੁਆਇੰਟ ਹੋਵੇ ਤੇ ਉਹਦੇ ਤੇ f ਜਿਹੜਾ ਹੈ ਦੋ ਵਾਰ ਡਿਫਰੈਂਸ਼ੀਏਬਲ ਵੀ ਹੋਣਾ ਚਾਹੀਦਾ। ਇੰਨੀ ਕੁ ਗੱਲ ਯਾਦ ਰੱਖੋ। ਹੁਣ ਆ ਜਿਹੜਾ x ਇਕੁਅਲ ਟੂ c ਕ੍ਰਿਟੀਕਲ ਪੁਆਇੰਟ ਹੈ, ਇਹ ਲੋਕਲ ਮੈਕਸਿਮਾ ਜਾਂ ਮਿਨੀਮਾ ਹੋ ਸਕਦਾ ਹੈ। ਤਾਂ ਇਹ ਕਦੋਂ ਲੋਕਲ ਮੈਕਸਿਮਾ ਹੋਏਗਾ ਤੇ ਕਦੋਂ ਲੋਕਲ ਮਿਨੀਮਾ ਹੋਏਗਾ, ਇਹਦੇ ਵਾਸਤੇ ਅੱਗੇ ਪੜ੍ਹਦੇ ਹਾਂ। ਇਹ ਜਦੋਂ f ਡਬਲ ਡੈਸ਼ c ਲੈਸ ਦੈਨ 0 ਹੋਵੇ ਯਾਨੀ ਨੈਗੇਟਿਵ ਹੋਵੇ ਤਾਂ ਜਿਹੜਾ x ਇਕੁਅਲ ਟੂ c ਕੀ ਹੈ ਉਹ ਪੁਆਇੰਟ ਆਫ ਲੋਕਲ ਮੈਕਸਿਮਾ ਹੈ। ਧਿਆਨ ਰੱਖਣਾ ਨੈਗੇਟਿਵ ਹੋਣ ਤੇ ਲੋਕਲ ਮੈਕਸਿਮਾ ਬਣੇਗਾ। ਇਹ 'ਚ ਕਈ ਵਾਰੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਜਦੋਂ f ਡਬਲ ਡੈਸ਼ c ਨੈਗੇਟਿਵ ਹੋਵੇ, f ਡਬਲ ਡੈਸ਼ c ਦੀ ਕੱਢਣੀ ਹੈ ਵੈਲਿਊ ਅਸੀਂ, ਜੇ ਉਹ ਆ ਗਿਆ ਨੈਗੇਟਿਵ ਤਾਂ x ਇਕੁਅਲ ਟੂ c ਲੋਕਲ ਮੈਕਸਿਮਾ ਬਣੇਗਾ ਤੇ f c ਦੀ ਵੈਲਿਊ ਲੋਕਲ ਮੈਕਸਿਮਮ ਵੈਲਿਊ ਬਣ ਜਾਏਗੀ। ਉਹ ਤਾਂ ਤੁਹਾਨੂੰ ਪਤਾ ਹੀ ਹੈ, ਜੇ x ਇਕੁਅਲ ਟੂ c ਲੋਕਲ ਮੈਕਸਿਮਾ ਤਾਂ f ਦੇ ਵਿੱਚ c ਦੀ ਵੈਲਿਊ ਭਰ ਦਿਓ, ਲੋਕਲ ਮੈਕਸਿਮਮ ਵੈਲਿਊ ਆ ਜਾਏਗੀ। ਠੀਕ ਹੈ ਨਾ। ਤੇ ਇਸੇ ਤਰ੍ਹਾਂ f ਡਬਲ ਡੈਸ਼ c ਜੇ ਪੋਜ਼ਿਟਿਵ ਹੋਵੇ ਤਾਂ x ਇਕੁਅਲ ਟੂ c ਕੀ ਹੋਏਗਾ, ਲੋਕਲ ਮਿਨੀਮਮ, ਤੇ ਐਫ ਸੀ ਇਜ਼ ਲੋਕਲ ਮਿਨੀਮਮ ਵੈਲਿਊ। ਪਰ ਜੇ f ਡਬਲ ਡੈਸ਼ c ਇਕੁਅਲ ਟੂ 0 ਆ ਜਾਏ ਤਾਂ ਟੈਸਟ ਫੇਲ ਹੋ ਜਾਂਦਾ। ਫਿਰ ਇਹ ਟੈਸਟ ਜਿਹੜਾ ਅਸੀਂ ਅਪਲਾਈ ਨਹੀਂ ਕਰ ਸਕਦੇ। ਫਿਰ ਸਾਨੂੰ ਫਸਟ ਡੈਰੀਵੇਟਿਵ ਟੈਸਟ ਨਾਲ ਹੀ ਪਤਾ ਲਾਉਣਾ ਪਏਗਾ ਵੀ x ਇਕੁਅਲ ਟੂ c ਕਿੱਦਾਂ ਦਾ ਪੁਆਇੰਟ ਹੈ, ਲੋਕਲ ਮਿਨੀਮਾ ਹੈ, ਲੋਕਲ ਮੈਕਸਿਮਾ ਹੈ ਜਾਂ ਪੁਆਇੰਟ ਆਫ ਇਨਫਲੈਕਸ਼ਨ ਹੈ। ਠੀਕ ਹੈ ਜੀ। ਹੁਣ ਆਪਾਂ ਇਹਦੇ ਨਾਲ ਰਿਲੇਟਡ ਇੱਕ ਕੁਐਸਚਨ ਕਰਕੇ, ਇੱਕ ਐਗਜ਼ਾਮਪਲ ਕਰਕੇ ਇਹਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਐਗਜ਼ਾਮਪਲ 5, ਫਾਈਂਡ ਲੋਕਲ ਮੈਕਸਿਮਮ ਔਰ ਲੋਕਲ ਮਿਨੀਮਮ ਵੈਲਿਊਜ਼ ਆਫ f given by fx equals to 3x to the power 4 plus 4x cube minus 12x square plus 12। ठीक है, ये गिवन फंक्शन असीं इत्थे लिख लिया, इन्हों डिफरेंशिएट करता। ਇਹਦਾ डिफरेंशिएशन आ जाएगा 12x क्यूब, ਇਹਦਾ आ जाएगा 12x स्क्वायर, ਇਹਦਾ आ जाएगा -24x ਤੇ 12 ਦਾ 0 ਹੋ ਜਾਏਗਾ। ਇਹਦੇ ਚੋਂ 12x ਕਾਮਨ ਕੱਢਿਆ ਜਾ ਸਕਦਾ ਹੈ। ਇੱਥੇ ਬਚਿਆ x स्क्वायर प्लस x माइनस 2। ਇਹਦੇ ਕਰ ਲਏ ਫੈਕਟਰ, ਫੈਕਟਰ ਕਰਕੇ ਕੀ ਆ ਗਿਆ 12x इंटू x प्लस 2x माइनस 1। ਹੁਣ ਉਹੀ ਕੰਮ ਕ੍ਰਿਟੀਕਲ ਪੁਆਇੰਟ फाइंड करना है। ਕ੍ਰਿਟੀਕਲ ਪੁਆਇੰਟ फाइंड करने वास्ते की करांगे f डैश x इक्वल टू 0। तो ये तो ਜਾਂ ਤਾਂ 12 इधर आके डिवाइड हो जाएगा ਜਾਂ ਤਾਂ x की वैल्यू 0 आ सकती है। ਇਹਨੂੰ ਜਦੋਂ ਆਪਾਂ 0 ਦੇ ਇਕੁਅਲ ਪੁੱਟ ਕਰਾਂਗੇ, ਜਦੋਂ ਇਹਨੂੰ 0 ਦੇ ਇਕੁਅਲ ਪੁੱਟ ਕਰਾਂਗੇ ਤਾਂ x ਦੀ ਵੈल्यू -2 आ जाएगी। ਇਹਨੂੰ 0 ਦੇ ਇਕੁਅਲ ਪੁੱਟ ਕਰਾਂਗੇ ਤਾਂ x ਦੀ ਵੈल्यू 1 आ जाएगी। तो x ਦੀਆਂ ਵੈਲਿਊਜ਼ ਆ ਗਈਆਂ 0 -2 एंड 1। ठीक है। ਹੁਣ ਅਸੀਂ ਕੀ ਕਰਨਾ ਹੈ, ਹੁਣ ਅਸੀਂ ਡਿਫਰੈਂਸ਼ੀਏਟ ਕਰਨਾ, ਡਬਲ ਡੈਰੀਵੇਟਿਵ ਫਾਈਂਡ ਕਰਨਾ। f ਡੈਸ਼ x ਕੱਢਿਆ ਸੀ, ਉਹਨੂੰ ਦੁਬਾਰਾ ਫਿਰ ਡਿਫਰੈਂਸ਼ੀਏਟ ਕਰ ਦਈਏ ਤਾਂ ਇਹ ਕੀ ਆ ਜਾਊਗਾ 12 × 36 x स्क्वायर ਤੇ ਇੱਥੇ ਆ ਜਾਊਗਾ 24x। ठीक है, ਤੇ ਇੱਥੇ ਆ ਜਾਊਗਾ 24। ਠੀਕ ਆ ਜੀ। ਤਾਂ 36x स्क्वायर प्लस 24x माइनस 24। ਹੁਣ x ਦੀ ਵੈਲਿਊ ਪੁੱਟ ਕਰਦੇ ਹਾਂ ਅਸੀਂ ਇਹਦੇ ਵਿੱਚ। f ਡਬਲ ਡੈਸ਼ c ਕੱਢਣਾ ਤਾਂ c ਦੀਆਂ ਵੈਲਿਊਜ਼ ਆ ਗਈਆਂ ਸਾਡੀਆਂ, ਕ੍ਰਿਟੀਕਲ ਪੁਆਇੰਟਸ ਆ ਗਏ। ਤਾਂ f ਡਬਲ ਡੈਸ਼ c ਫਾਈਂਡ ਕਰਦੇ ਹਾਂ। ਤਾਂ ਪਹਿਲਾਂ x ਦੀ ਵੈਲਿਊ -2 ਲੈ ਲਓ, ਉੱਥੇ f ਡਬਲ ਡੈਸ਼ -2 ਫਾਈਂਡ ਕਰਦੇ ਹਾਂ ਤਾਂ ਇਹਦੀ ਵੈਲਿਊ ਆ ਗਈ 72 ਵਿਚ ਇਜ਼ ਗ੍ਰੇਟਰ ਦੈਨ 0। ਇਹਦਾ ਮਤਲਬ ਇੱਥੇ ਕੀ ਬਣੇਗਾ, ਲੋਕਲ ਮਿਨੀਮਮ। ਠੀਕ ਹੈ ਨਾ। ਤੇ ਲੋਕਲ ਮਿਨੀਮਮ ਵੈਲਿਊ ਕਿੰਨੀ ਹੋਏਗੀ, f ਦੇ ਵਿੱਚ x ਦੀ ਵੈਲਿਊ -2 ਪੁੱਟ ਕਰ ਦਿਆਂਗੇ
ਤਾਂ ਐਫ ਦੇ ਵਿੱਚ ਐਕਸ ਦੀ ਵੈਲਿਊ ਇਹਦੇ ਵਿੱਚ ਪੁੱਟ ਕਰਾਂਗੇ ਤਾਂ ਕੀ ਆਏਗੀ ਇਸ ਤਰੀਕੇ ਨਾਲ -20 ਤਾਂ ਇਹ ਕੀ ਆ ਗਈ ਲੋਕਲ ਮਿਨੀਮਮ ਵੈਲਿਊ ਆ ਲੋਕਲ ਪੁਆਇੰਟ ਆਫ ਲੋਕਲ ਮਿਨੀਮਮ ਆ ਗਿਆ ਆ ਲੋਕਲ ਮਿਨੀਮਮ ਵੈਲਿਊ ਨੈਕਸਟ x = 0 ਪੁੱਟ ਕਰਾਂਗੇ ਤਾਂ -24 ਆ ਜਾਏਗਾ ਉਹ ਵੀ ਲੈਸ ਦੈਨ 0 ਹੈ ਇਹਦਾ ਮਤਲਬ x = 0 ਵੀ ਲੋਕਲ ਮੈਕਸਿਮਾ ਹੈ ਇਹ ਲੋਕਲ ਮੈਕਸਿਮਾ ਹੈ ਇਹ ਨੈਗੇਟਿਵ ਵੈਲਿਊ ਉੱਥੇ ਪੋਜ਼ਿਟਿਵ ਸੀ ਤਾਂ ਉਹ ਕੀ ਸੀ ਲੋਕਲ ਮਿਨੀਮਾ ਹੈ ਤਾਂ ਲੋਕਲ ਮੈਕਸਿਮਮ ਵੈਲਿਊ ਕਿੰਨੀ ਹੋਏਗੀ 0 ਪੁੱਟ ਕਰਾਂਗੇ ਤਾਂ 12 ਆਨਸਰ ਹੋ ਜਾਊਗਾ ਇਹਦੇ ਵਿੱਚ 0 ਪੁੱਟ ਕਰਨਾ ਸੀ 0 ਹੋ ਜਾਊਗਾ ਆ ਵੀ 0 ਹੋ ਜਾਊਗਾ ਆ ਵੀ 0 ਹੋ ਜਾਊਗਾ 12 ਹੋ ਜਾਊਗਾ ਠੀਕ ਹੈ ਤਾਂ x = 1 ਤੇ f'(1) ਫਾਈਂਡ ਕਰੀਏ ਉਹ ਕੀ ਆ ਗਿਆ 36 ਆ ਗਿਆ ਇਹ ਵੀ ਗ੍ਰੇਟਰ ਦੈਨ 0 ਹੈ ਪੋਜ਼ਿਟਿਵ ਹੈ ਇਹਦਾ ਮਤਲਬ ਕੀ ਹੋਏਗਾ x = 1 ਲੋਕਲ ਮਿਨੀਮਮ ਬਣੇਗਾ ਤੇ ਲੋਕਲ ਮਿਨੀਮਮ ਵੈਲਿਊ ਕਿੱਦਾਂ ਫਾਈਂਡ ਹੋਏਗੀ f(x) ਦੇ ਵਿੱਚ x ਦੀ ਵੈਲਿਊ 1 ਪੁੱਟ ਕਰ ਦੇਂਗੇ ਤਾਂ ਆ ਜਾਊਗਾ ਇਹਦੇ ਵਿੱਚ 1 ਪੁੱਟ ਕਰਾਂਗੇ ਤਾਂ 3 + 4 ਹੋ ਜਾਊਗਾ -12 ਹੋ ਜਾਊਗਾ +12 ਹੋ ਜਾਊਗਾ ਆ ਹੋ ਗਿਆ 3 + 4 -12 ਆ ਆਪਸ ਚ ਕੈਂਸਲ ਹੋ ਗਏ ਬਚਿਆ ਕਿ 3 + 4 = 7 ਇਹ ਹੋਊਗੀ ਲੋਕਲ ਮਿਨੀਮਮ ਵੈਲਿਊ ਹੁਣ ਇਹਦਾ ਗ੍ਰਾਫ ਵੀ ਆ ਤੁਸੀਂ ਦੇਖ ਸਕਦੇ ਹੋ ਆ ਗ੍ਰਾਫ ਬਣਾਇਆ ਹੈਗਾ ਅਸੀਂ ਤੇ x = -2 ਦੇ ਉੱਤੇ ਆ ਇਹਦੀ ਵੈਲਿਊ ਹੈ -20 ਠੀਕ ਹੈ ਨਾ ਇਹ ਲੋਕਲ ਮਿਨੀਮਮ ਫਿਰ x = 0 ਕੀ ਸੀਗਾ ਸਾਡਾ ਲੋਕਲ ਮੈਕਸਿਮਾ ਸੀਗਾ ਲੋਕਲ ਮੈਕਸਿਮਾ 0 ਦੇ ਉੱਤੇ ਤੇ ਉਹਦੀ ਵੈਲਿਊ ਕਿੰਨੀ ਸੀ 12 ਆ ਦੇਖੋ 12 ਨਿਕਲੀ ਹੈ ਨਾ ਇਸੇ ਤਰ੍ਹਾਂ x = ਜਿਹੜਾ 1 ਹੈ ਉਹਦੇ ਤੇ ਵੀ ਲੋਕਲ ਮਿਨੀਮਾ ਬਣਦਾ ਹੈਗਾ ਤੇ ਉੱਥੇ ਵੈਲਿਊ ਆਉਂਦੀ ਹੈ 7 ਆ ਦੇਖੋ 5 ਤੇ 10 ਦੇ ਵਿਚਾਲੇ 5 ਹੈ 6 7 7 ਆ ਠੀਕ ਹੈ ਤਾਂ ਆ ਸਾਡਾ ਆਨਸਰ ਸੈਕੰਡ ਡੈਰੀਵੇਟਿਵ ਟੈਸਟ ਦਾ ਯੂਜ਼ ਕਰਕੇ ਲੋਕਲ ਮੈਕਸਿਮਮ ਲੋਕਲ ਮਿਨੀਮਮ ਫਾਈਂਡ ਕਰਨ ਦਾ ਜੋ ਸਟੈਪਸ ਅਸੀਂ ਉੱਪਰਲੇ ਐਗਜ਼ਾਮਪਲ ਦੇ ਵਿੱਚ ਯੂਜ਼ ਕੀਤੇ ਹੈ ਉਹ ਮੈਂ ਤੁਹਾਡੇ ਸਾਹਮਣੇ ਲਿਖ ਰਿਹਾ ਇਹਨਾਂ ਨੂੰ ਚੰਗੀ ਤਰ੍ਹਾਂ ਨੋਟ ਡਾਊਨ ਕਰ ਲਓ ਅਸੀਂ ਸਾਰੇ ਤਕਰੀਬਨ ਕੁਐਸਚਨਸ ਦੇ ਵਿੱਚ ਇਹਨਾਂ ਸਟੈਪਸ ਨੂੰ ਫੋਲੋ ਕਰਾਂਗੇ ਤਾਂ ਕੀ ਹੈ ਸਟੈਪਸ ਟੂ ਫਾਈਂਡ ਲੋਕਲ ਮੈਕਸਿਮਾ ਐਂਡ ਲੋਕਲ ਮਿਨੀਮਾ ਟੂ ਆਫ ਫੰਕਸ਼ਨ f = y = fx ਯੂਜ਼ਿੰਗ ਸੈਕੰਡ ਡੈਰੀਵੇਟਿਵ ਟੈਸਟ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਿਆ ਸੀ ਫਾਈਂਡ f' ਡਿਫਰੈਂਸ਼ੀਏਟ ਕੀਤਾ ਸੀਗਾ ਉਸ ਤੋਂ ਬਾਅਦ ਪੁੱਟ ਕਰਤਾ ਸੀ f' = 0 ਟੂ ਫਾਈਂਡ ਆਲ ਕ੍ਰਿਟੀਕਲ ਪੁਆਇੰਟਸ ਸੇ c1 c2 c3 ਆ ਦੇਖੋ ਆ ਸਾਡੇ ਕੋਲੇ ਕੁਐਸਚਨ ਸੀਗਾ ਇਹਦੇ ਵਿੱਚ ਅਸੀਂ f ਨੂੰ ਡਿਫਰੈਂਸ਼ੀਏਟ ਕਰਕੇ f' ਫਾਈਂਡ ਕੀਤਾ ਪਹਿਲਾਂ ਫਿਰ ਕ੍ਰਿਟੀਕਲ ਪੁਆਇੰਟਸ ਫਾਈਂਡ ਕਰਨ ਵਾਸਤੇ ਅਸੀਂ ਇਹਦੇ ਵਿੱਚ ਇਹਨੂੰ f' = 0 ਪੁੱਟ ਕਰਤਾ ਉਹ ਤੋਂ x ਦੀਆਂ ਵੈਲਿਊਜ਼ ਆ ਗਈਆਂ ਤਿੰਨ ਕ੍ਰਿਟੀਕਲ ਪੁਆਇੰਟਸ ਆ ਗਏ c1 c2 c3 ਇਹ ਜ਼ਿਆਦਾ ਵੀ ਆ ਸਕਦਾ ਹੈ c3 c4 c5 ਜਿੰਨੇ ਮਰਜ਼ੀ ਆ ਸਕਦੇ ਘੱਟ ਵੀ ਆ ਸਕਦੇ ਤੇ ਫਿਰ ਅਸੀਂ ਕੀ ਕਰਨਾ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਨਾ f'(x) ਜਦੋਂ ਅਸੀਂ ਕ੍ਰਿਟੀਕਲ ਪੁਆਇੰਟਸ ਫਾਈਂਡ ਕਰ ਲਏ ਉਸ ਤੋਂ ਬਾਅਦ ਇਹਨੂੰ ਅਸੀਂ ਦੁਬਾਰਾ ਡਿਫਰੈਂਸ਼ੀਏਟ ਕੀਤਾ ਫਿਰ ਥਰਡ ਸਟੈਪ ਦੇ ਵਿੱਚ ਫਾਈਂਡ ਦਾ ਵੈਲਿਊ ਹੁਣ ਸਾਰੇ ਜਿੰਨੇ ਕ੍ਰਿਟੀਕਲ ਪੁਆਇੰਟਸ ਸੀ ਉਹ ਅਸੀਂ ਇਹਦੇ ਵਿੱਚ ਪੁੱਟ ਕਰਕੇ ਦੇਖਣੇ ਤਾਂ ਸਭ ਤੋਂ ਪਹਿਲਾਂ ਅਸੀਂ c1 ਪੁੱਟ ਕਰਕੇ ਦੇਖਾਂਗੇ ਤਾਂ f'(c1) ਫਾਈਂਡ ਕਰਾਂਗੇ f'(x) ਸੀਗਾ ਇਹ 'ਚ x ਦੀ ਥਾਂ ਤੇ c1 ਪੁੱਟ ਕਰਤਾ ਤਾਂ f'(c1) ਆ ਗਿਆ ਤੇ ਚੈੱਕ ਕੀਤਾ ਇਹਦੀ ਜਿਹੜੀ ਵੈਲਿਊ ਹੈ ਕੀ ਉਹ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ ਜਾਂ ਇਕੁਅਲ ਟੂ 0 ਹੈ ਜੇ ਤਾਂ ਉਹਦੀ ਵੈਲਿਊ ਨੈਗੇਟਿਵ ਹੈ ਤਾਂ x = c1 ਲੋਕਲ ਮੈਕਸਿਮਾ ਬਣੇਗਾ point of local maximum and fc1 local maximum value यानी आ c1 ਜਿਹੜਾ x = c1 ਹੈ ਇਹ ਇਸ ਫੰਕਸ਼ਨ ਦੇ ਉਹਦੇ ਵਿੱਚ ਪੁੱਟ ਕਰ ਦੇਣਾ ਤਾਂ ਲੋਕਲ ਮੈਕਸਿਮਮ ਵੈਲਿਊ ਆ ਜਾਏਗੀ ਜੇ f'(c1) ਗ੍ਰੇਟਰ ਦੈਨ 0 ਹੋਵੇ ਯਾਨੀ ਪੋਜ਼ਿਟਿਵ ਹੋਵੇ ਤਾਂ x = c1 ਕੀ ਹੋਏਗਾ ਲੋਕਲ ਮਿਨੀਮਮ ਤੇ fc1 ਲੋਕਲ ਮਿਨੀਮਮ ਵੈਲਿਊ ਤੇ ਜੇ f'(c1) = 0 ਆ ਜੇ ਤਾਂ ਟੈਸਟ ਫੇਲ ਹੋ ਜਾਂਦਾ ਫਿਰ ਸਾਨੂੰ ਫਸਟ ਡੈਰੀਵੇਟਿਵ ਟੈਸਟ ਯੂਜ਼ ਕਰਨਾ ਪਏਗਾ ਇਹਦੇ ਪੁਆਇੰਟ ਫਾਈਂਡ ਕਰਨ ਵਾਸਤੇ ਵੀ ਕੀ ਇਹ ਲੋਕਲ ਮੈਕਸਿਮਾ ਬਣਦਾ ਲੋਕਲ ਮਿਨੀਮਾ ਬਣਦਾ ਜਾਂ ਪੁਆਇੰਟ ਆਫ ਇਨਫਲੈਕਸ਼ਨ ਇਹ ਥਰਡ ਸਟੈਪ ਹੈ ਜਿਹੜਾ ਇਹ ਅਸੀਂ ਸਾਰੇ ਕ੍ਰਿਟੀਕਲ ਪੁਆਇੰਟਸ ਵਾਸਤੇ ਯੂਜ਼ ਕਰਾਂਗੇ ਰਿਪੀਟ ਸਟੈਪ 3 ਫॉर ਆਲ ਕ੍ਰਿਟੀਕਲ ਪੁਆਇੰਟਸ ਆ c1 ਵਾਸਤੇ ਕੀਤਾ ਇਸੇ ਤਰ੍ਹਾਂ c2 ਫਿਰ c3 ਫਿਰ c4 ਜਿੰਨੇ ਵੀ ਸਾਡੇ ਕੋਲ ਕ੍ਰਿਟੀਕਲ ਪੁਆਇੰਟਸ ਆ ਸਾਰਿਆਂ ਦੇ ਲਈ ਅਸੀਂ ਯੂਜ਼ ਕਰਾਂਗੇ ਸੋ ਇਹ ਸਟੈਪਸ ਚੰਗੀ ਤਰ੍ਹਾਂ ਅਸੀਂ ਖਿਆਲ ਰੱਖਣੇ ਇਹਨਾਂ ਦਾ ਅਸੀਂ ਹਰ ਵਾਰ ਯੂਜ਼ ਕਰਾਂਗੇ ਜਦੋਂ ਅਸੀਂ ਕੁਐਸਚਨਸ ਕਰਾਂਗੇ ਤਾਂ ਇਹਦੇ ਨਾਲ ਸਾਨੂੰ ਈਜ਼ੀ ਹੋਏਗਾ ਜੇ ਸਾਨੂੰ ਸਟੈਪ ਚੰਗੀ ਤਰ੍ਹਾਂ ਕਲੀਅਰ ਹੈ
ਹੁਣ ਆ ਐਗਜ਼ਾਮਪਲ 6, find all points of local maxima and local minima of function f given by fx equals to 2x cube minus 6x square plus 6x plus 5। ਤਾਂ ਗਿਵਨ ਫੰਕਸ਼ਨ ਸਾਡਾ ਕੀ ਸੀਗਾ fx equals to, ਇੱਥੇ ਲਿਖ ਲਿਆ ਅਸੀਂ। ਫਿਰ ਕੀ ਕੀਤਾ, ਇਹਨੂੰ ਡਿਫਰੈਂਸ਼ੀਏਟ ਕਰਤਾ, ਇਹ ਆ ਜਾਊਗਾ 6x square minus 12x plus 6, ਠੀਕ ਹੈ ਨਾ। ਇਹ 'ਚੋਂ 6 ਕਾਮਨ ਆਉਂਦਾ, ਬਾਹਰ ਕੱਢ ਲਿਆ, ਅੰਦਰ ਜੋ ਬਚ ਗਿਆ ਉਹ ਕੀ ਬਣ ਗਿਆ x minus 1 ਦਾ ਹੋਲ ਸਕੁਅਰ। ਇਸ ਦਾ 6 into x minus 1 ਹੋਲ ਸਕੁਅਰ। ਤਾਂ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ ਕੀ ਕਰਾਂਗੇ, f ਡਬਲ ਡੈਸ਼ x equal to 0, ਤਾਂ 6 into x minus 1 ਹੋਲ ਸਕੁਅਰ equal to 0, 6 ਇੱਧਰ ਆ ਕੇ ਡਿਵਾਈਡ ਹੋ ਕੇ 0 ਹੋ ਗਿਆ, x minus 1 ਹੋਲ ਸਕੁਅਰ equal to 0 ਆ ਗਿਆ, ਤਾਂ x ਦੀ ਵੈਲਿਊ ਆ ਗਈ 1। ਹੁਣ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਾਂਗੇ, ਤਾਂ ਇਹ ਕੀ ਆ ਜਾਏਗਾ f ਡਬਲ ਡੈਸ਼ x, ਇਹਦੇ 'ਚ ਇਹਨੂੰ ਡਿਫਰੈਂਸ਼ੀਏਟ ਕਰੋ ਦੁਬਾਰਾ, ਇਹ ਆ ਜਾਊਗਾ 12x minus 12, ਤਾਂ 12x minus 12। ਤਾਂ ਜਦੋਂ x ਦੀ ਵੈਲਿਊ 1 ਹੈ, ਕ੍ਰਿਟੀਕਲ ਪੁਆਇੰਟ ਹੁਣ ਇਹ 'ਚ ਪੁੱਟ ਕਰਕੇ ਦੇਖਾਂਗੇ, ਤਾਂ x ਦੀ ਵੈਲਿਊ ਜਦੋਂ ਅਸੀਂ 1 ਪੁੱਟ ਕਰਾਂਗੇ ਤਾਂ f ਡਬਲ ਡੈਸ਼ 1 equals to 0 ਆ ਗਿਆ। ਇਹਦਾ ਮਤਲਬ ਕੀ ਹੈ, ਸੈਕੰਡ ਡੈਰੀਵੇਟਿਵ ਟੈਸਟ ਫੇਲ ਹੋ ਗਿਆ, ਅਸੀਂ ਇੱਥੇ ਸੈਕੰਡ ਡੈਰੀਵੇਟਿਵ ਟੈਸਟ ਨਹੀਂ ਲਗਾ ਸਕਦੇ, ਠੀਕ ਹੈ ਨਾ। ਫਿਰ ਅਸੀਂ ਕੀ ਕਰਾਂਗੇ, ਫਸਟ ਡੈਰੀਵੇਟਿਵ ਟੈਸਟ ਨਾਲ ਇਸ ਕੁਐਸਚਨ ਨੂੰ ਕਰਾਂਗੇ, ਤੇ ਅਸੀਂ ਇਹਨੂੰ ਕਰ ਚੁੱਕੇ ਹਾਂ। ਐਗਜ਼ਾਮਪਲ 4 ਜਿਹੜਾ ਅਸੀਂ ਕੀਤਾ ਸੀਗਾ, ਯਾਦ ਕਰੋ, ਐਗਜ਼ਾਮਪਲ 4 ਆ ਵਾਲਾ ਅਸੀਂ ਇਸੇ ਨਾਲ ਕੀਤਾ ਸੀ, ਆ ਸੇਮ ਹੀ ਕੁਐਸਚਨ ਹੈ, ਠੀਕ ਹੈ ਨਾ। ਤਾਂ ਅਸੀਂ ਇਹਨੂੰ ਫਸਟ ਡੈਰੀਵੇਟਿਵ ਟੈਸਟ ਨਾਲ ਇੱਥੇ ਕੀਤਾ ਸੀਗਾ, ਉਹੀ ਕੁਐਸਚਨ ਹੈਗਾ ਸਾਡਾ। ਹੁਣ ਅਸੀਂ ਸੈਕੰਡ ਡੈਰੀਵੇਟਿਵ ਟੈਸਟ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡੇ ਤੋਂ ਸੈਕੰਡ ਡੈਰੀਵੇਟਿਵ ਟੈਸਟ ਜਿਹੜਾ ਫੇਲ ਹੁੰਦਾ ਇਹਦੇ ਵਿੱਚ, ਤਾਂ ਇਹਨੂੰ ਅਸੀਂ ਫਸਟ ਡੈਰੀਵੇਟਿਵ ਟੈਸਟ ਨਾਲ ਹੀ ਕਰ ਸਕਦੇ ਹਾਂ। ਨੈਕਸਟ ਆਪਣਾ ਟੌਪਿਕ ਹੈ ਮੈਕਸਿਮਮ ਐਂਡ ਮਿਨੀਮਮ ਵੈਲਿਊਜ਼ ਆਫ ਅ ਫੰਕਸ਼ਨ ਇਨ ਅ ਕਲੋਜ਼ਡ ਇੰਟਰਵਲ। ਕਿਸੇ ਕਲੋਜ਼ ਇੰਟਰਵਲ ਦੇ ਵਿੱਚ ਕਿਸੇ ਫੰਕਸ਼ਨ ਦੀ ਸਭ ਤੋਂ ਵੱਧ ਵੈਲਿਊ ਤੇ ਸਭ ਤੋਂ ਘੱਟ ਵੈਲਿਊ ਕਿਸ ਤਰੀਕੇ ਨਾਲ ਫਾਈਂਡ ਕੀਤੀ ਜਾਂਦੀ ਹੈ, ਇਹ ਆਪਾਂ ਇਸ ਟੌਪਿਕ ਦੇ ਵਿੱਚ ਦੇਖਣਾ ਹੈਗਾ। ਤਾਂ y equals to fx ਦਾ ਤੁਹਾਡੇ ਸਾਹਮਣੇ ਗ੍ਰਾਫ ਬਣਿਆ ਹੋਇਆ ਹੈ, ਠੀਕ ਹੈ। ਇਹਦੇ ਵਿੱਚ ਇਹ ਇੰਟਰਵਲ a b ਦੇ ਵਿੱਚ ਹੈਗਾ, a ਤੇ b ਦੇ ਵਿਚਾਲੇ ਦੇਖੋ, ਠੀਕ ਹੈ ਨਾ। a b ਇੰਟਰਵਲ ਦੇ ਵਿੱਚ ਆ ਇਹਦਾ ਕਰਵ ਬਣਿਆ ਹੋਇਆ, ਗ੍ਰਾਫ ਬਣਿਆ ਹੋਇਆ, ਤੇ ਇਹਦੇ ਵਿੱਚ ਆ C1 C2 ਦੋ ਕ੍ਰਿਟੀਕਲ ਪੁਆਇੰਟਸ ਵੀ ਹੈਗੇ, ਜਿੱਥੇ ਗ੍ਰਾਫ ਟਰਨ ਲੈ ਰਿਹਾ, ਇਹ ਕੀ ਹੁੰਦੇ ਆ, ਕ੍ਰਿਟੀਕਲ ਪੁਆਇੰਟਸ ਹੁੰਦੇ। ਤਾਂ x equals to C1 ਤੇ x equals to C2 ਕੀ ਨੇ, ਇਹਦੇ ਦੋ ਕ੍ਰਿਟੀਕਲ ਪੁਆਇੰਟਸ ਨੇ। ਤੇ ਇਹਨਾਂ ਦੋ ਕ੍ਰਿਟੀਕਲ ਪੁਆਇੰਟਸ ਤੇ ਤੁਹਾਨੂੰ ਪਤਾ ਕੀ ਬਣਦਾ ਹੁੰਦਾ, ਲੋਕਲ ਮੈਕਸਿਮਾ ਲੋਕਲ ਮਿਨੀਮਾ ਬਣਦਾ ਹੁੰਦਾ। ਤਾਂ C2 ਦੇ ਉੱਤੇ ਲੋਕਲ ਮੈਕਸਿਮਾ ਬਣ ਰਿਹਾ, C1 ਦੇ ਉੱਤੇ ਲੋਕਲ ਮਿਨੀਮਾ ਬਣ ਰਿਹਾ, ਪਰ ਇਹ ਇਹਦੀ ਮਿਨੀਮਮ ਤੇ ਮੈਕਸਿਮਮ ਵੈਲਿਊ ਨਹੀਂ ਹੈਗੀ ਇਸ ਕਰਵ ਦੀ, ਇਸ ਫੰਕਸ਼ਨ ਦੀ। ਮੈਕਸਿਮਮ ਵੈਲਿਊ ਕਿੱਥੇ ਹੈ, ਆ ਸੀ a ਦੇ ਉੱਤੇ, x equals to a ਦੇ ਉੱਤੇ ਆ ਜਿਹੜੀ f a ਹੈ, ਇਹ ਮੈਕਸਿਮਮ ਵੈਲਿਊ, ਤੇ x equals to b ਦੇ ਉੱਤੇ ਆ ਜਿਹੜੀ ਵੈਲਿਊ ਹੈ, ਇਹ ਕੀ ਹੈ f b, ਇਹ ਹੈਗੀ ਹੈ ਮਿਨੀਮਮ ਵੈਲਿਊ, ਠੀਕ ਹੈ ਨਾ। ਇਹ ਵੈਲਿਊ ਇਹਨਾਂ ਕ੍ਰਿਟੀਕਲ ਪੁਆਇੰਟਸ ਤੇ ਵੀ ਹੋ ਸਕਦੀ ਸੀ ਤੇ ਇਹਨਾਂ ਐਂਡ ਪੁਆਇੰਟਸ ਤੇ ਵੀ ਹੋ ਸਕਦੀ ਸੀ। ਜੇ ਹੁਣ ਆਹੀ ਗ੍ਰਾਫ ਮੰਨ ਲਓ ਸਾਡਾ ਇਸ ਤਰ੍ਹਾਂ ਜਾ ਕੇ ਐ ਮੁੜ ਕੇ ਆਉਂਦਾ ਇੱਦਾਂ, ਤਾਂ ਆ ਇਹਦੀ ਮੈਕਸਿਮਮ ਵੈਲਿਊ ਹੋ ਜਾਂਦੀ ਸੀ, ਦੇਖੋ ਇਸ ਕ੍ਰਿਟੀਕਲ ਪੁਆਇੰਟ ਦੇ ਉੱਤੇ ਬਣ ਜਾਣੀ ਸੀ ਮੈਕਸਿਮਮ। ਸੋ ਇਹ ਜਿਹੜੀ ਮੈਕਸਿਮਮ ਤੇ ਮਿਨੀਮਮ ਵੈਲਿਊਜ਼ ਨੇ, ਇਹ ਜਦੋਂ ਕਿਸੇ ਕਲੋਜ਼ਡ ਇੰਟਰਵਲ ਦੇ ਵਿੱਚ ਅਸੀਂ ਫਾਈਂਡ ਕਰਦੇ ਹਾਂ, ਤਾਂ ਇਹ ਇਹਨਾਂ ਦੇ ਕ੍ਰਿਟੀਕਲ ਪੁਆਇੰਟਸ ਤੇ ਵੀ ਹੋ ਸਕਦੀ ਹੈ ਤੇ ਐਂਡ ਪੁਆਇੰਟਸ ਤੇ ਵੀ ਹੋ ਸਕਦੀ ਹੈ। ਤਾਂ ਅਸੀਂ ਕੀ ਕਰਨਾ ਹੈ, ਇਹਦੇ ਕ੍ਰਿਟੀਕਲ ਪੁਆਇੰਟਸ ਤੇ ਐਂਡ ਪੁਆਇੰਟਸ ਤੇ ਅਸੀਂ ਵੈਲਿਊਜ਼ ਫਾਈਂਡ ਕਰਨੀਆਂ ਨੇ। ਜੇ ਤਾਂ ਉਹਨਾਂ 'ਚੋਂ ਜਿਹੜੀ ਸਭ ਤੋਂ ਵੱਡੀ ਵੈਲਿਊ ਹੋਏਗੀ ਉਹ ਦੀ ਇਸ ਫੰਕਸ਼ਨ ਦੀ ਮੈਕਸਿਮਮ ਵੈਲਿਊ ਹੋਏਗੀ ਇਸ ਕਲੋਜ਼ ਇੰਟਰਵਲ ਦੇ ਵਿੱਚ, ਤੇ ਜਿਹੜੀ ਸਭ ਤੋਂ ਛੋਟੀ ਹੋਏਗੀ ਉਹ ਮਿਨੀਮਮ ਵੈਲਿਊ ਹੋਏਗੀ। ਇਹਨੂੰ ਅਸੀਂ ਐਬਸੋਲੂਟ ਮੈਕਸਿਮਮ ਵੈਲਿਊ ਤੇ ਐਬਸੋਲੂਟ ਮਿਨੀਮਮ ਵੈਲਿਊ ਵੀ ਕਹਿੰਦੇ ਹਾਂ, ਠੀਕ ਹੈ। ਆ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆ ਜਿਹੜਾ ਤੁਹਾਨੂੰ ਮੈਂ ਬੋਲਿਆ, ਤੇ ਇਹ ਕੀ ਹੋ ਗਿਆ, ਐਬਸੋਲੂਟ ਮੈਕਸਿਮਮ ਤੇ ਐਬਸੋਲੂਟ ਮਿਨੀਮਮ ਵੈਲਿਊਜ਼ ਅਸੀਂ ਫਾਈਂਡ ਕਰਨ ਦਾ ਇਹ ਸਾਡਾ ਮੈਥਡ ਹੈ। ਨੈਕਸਟ ਆਪਣੇ ਕੋਲ ਐਗਜ਼ਾਮਪਲ 7, find the absolute maximum and minimum value of a function f given by fx equals to 2x cube minus 15x square plus 36x plus 1 on an interval 1 to 5, closed interval 1 to 5। ਤਾਂ ਅਸੀਂ ਇਹਦੀ ਐਬਸੋਲੂਟ ਮੈਕਸਿਮਮ ਤੇ ਮਿਨੀਮਮ ਵੈਲਿਊ ਫਾਈਂਡ ਕਰਨੀ ਹੈ। ਇਹਦਾ ਮਤਲਬ ਅਸੀਂ ਇਹਦੇ ਐਂਡ ਪੁਆਇੰਟਸ ਤੇ ਵੀ ਫਾਈਂਡ ਕਰਾਂਗੇ, ਐਂਡ ਪੁਆਇੰਟਸ ਹੈਗੇ 1 ਤੇ 5, ਤੇ ਇਹਦੇ ਕ੍ਰਿਟੀਕਲ ਪੁਆਇੰਟਸ ਤੇ ਇਹਦੀ ਵੈਲਿਊ ਫਾਈਂਡ ਕਰਾਂਗੇ। ਤਾਂ ਕ੍ਰਿਟੀਕਲ ਪੁਆਇੰਟਸ ਪਹਿਲਾਂ ਫਾਈਂਡ ਕਰ ਲਈਏ। fx ਸਾਨੂੰ ਗਿਵਨ ਹੈ, ਅਸੀਂ ਇਹਨੂੰ ਡਿਫਰੈਂਸ਼ੀਏਟ ਕਰਤਾ, ਤੇ ਆ ਗਿਆ 6x square minus 30x plus 36। ਇਹਦੇ 'ਚੋਂ 6 ਕਾਮਨ ਨਿਕਲਦਾ, 6 ਕਾਮਨ ਕੱਢ ਲਿਆ,
अंदर जिहड़ा कुछ बच गया ਉਹਦੇ फैक्टर करते तो आ गया 6 इंटू एक्स माइनस 3 एक्स माइनस 2। टू फाइंड क्रिटिकल पॉइंट्स एफ डैश एक्स इक्वल टू 0 पुट करता, ਇਹ ਤੋਂ एक्स ਦੀਆਂ ਦੋ ਵੈਲਿਊਜ਼ ਆ ਗਈਆਂ 3 ਤੇ 2, ਆ ਦੋ ਕ੍ਰਿਟੀਕਲ ਪੁਆਇੰਟਸ ਆ ਗਏ 3 ਤੇ 2, ਆ ਸਾਡੇ ਐਂਡ ਪੁਆਇੰਟਸ ਨੇ 1 ਤੇ 5। ਤਾਂ ਅਸੀਂ ਐਫ ਦੀ ਵੈਲਿਊ ਇਹਨਾਂ ਚਾਰੇ ਪੁਆਇੰਟਸ ਦੇ ਉੱਤੇ ਫਾਈਂਡ ਕਰਾਂਗੇ, 3 ਤੇ ਵੀ 2 ਤੇ ਵੀ 1 ਤੇ ਵੀ 5 ਤੇ। ਤਾਂ ਐਕਸ ਐਫ ਐਕਸ ਲਿਖ ਲਿਆ ਸੀ ਤੇ ਐਫ 3 ਦੀ ਵੈਲਿਊ ਫਾਈਂਡ ਕਰੀ, ਇਹ ਆ ਗਈ 28, ਐਫ 2 ਦੀ ਵੈਲਿਊ ਫਾਈਂਡ ਕਰੀ ਆ ਗਈ 29, ਐਫ 1 ਦੀ ਵੈਲਿਊ ਫਾਈਂਡ ਕਰੀ ਆ ਗਈ 24, ਐਫ 5 ਦੀ ਵੈਲਿਊ ਫਾਈਂਡ ਕਰੀ ਆ ਗਈ 56। ਤਾਂ ਇਹਦੇ ਚੋਂ ਮੈਕਸਿਮਮ ਵੈਲਿਊ ਕਿਹੜੀ ਹੈ 56, ਮਿਨੀਮਮ ਕਿਹੜੀ ਹੈ 24। ਤਾਂ ਆਹੀ ਸਾਡੀਆਂ ਐਬਸੋਲੂਟ ਮੈਕਸਿਮਮ ਵੈਲਿਊ ਤੇ ਐਬਸੋਲੂਟ ਮਿਨੀਮਮ ਵੈਲਿਊ ਹੋਣੀ। ਤਾਂ ਐਬਸੋਲੂਟ ਮੈਕਸਿਮਮ ਵੈਲਿਊ ਆਫ ਐਫ ਐਕਸ ਇਜ਼ 56, ਕਿੱਥੇ ਆ ਰਹੀ ਹੈ ਇਹ x ਇਕੁਅਲ ਟੂ 5 ਤੇ ਐਬਸੋਲੂਟ ਮਿਨੀਮਮ ਵੈਲਿਊ ਆਫ ਐਫ ਐਕਸ ਇਜ਼ 24, ਇਹ ਕਿੱਥੇ ਆ ਰਹੀ ਹੈ x ਇਕੁਅਲ ਟੂ 1 ਦੇ ਉੱਤੇ। ਤਾਂ ਤੁਹਾਡੇ ਸਾਹਮਣੇ ਗ੍ਰਾਫ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ, ਐਫ ਐਕਸ ਆ ਫੰਕਸ਼ਨ ਤੁਹਾਨੂੰ ਗਿਵਨ ਸੀ, ਇਹਦਾ ਗ੍ਰਾਫ ਸੀਗਾ। ਹੁਣ ਆ ਇੰਟਰਵਲ ਜਿਹੜਾ ਸ਼ੇਡਡ ਪਾਰਟ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹ ਉਹ ਇੰਟਰਵਲ ਹੈ 1 to 5, ਆ ਦੇਖੋ 1 ਹੈ ਆ 5 ਹੈ, 1 to 5। ਇਹਦੇ ਚ ਸਭ ਤੋਂ ਛੋਟੀ ਵੈਲਿਊ ਕਿਹੜੀ ਹੈ x ਇਕੁਅਲ ਟੂ 1 ਦੇ ਉੱਤੇ ਆ ਸਭ ਤੋਂ ਛੋਟੀ ਵੈਲਿਊ, ਠੀਕ ਹੈ ਨਾ। ਤੇ ਇਹ ਹੈਗੀ ਵੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ 20 ਤੋਂ ਬਾਅਦ 21 22 24 ਸੌਰੀ 2 ਦਾ ਹੈਗਾ 20 to 30 ਆ ਹੋਗਾ 22 24, ਠੀਕ ਹੈ ਆ 24 ਆ ਗਿਆ। ਇਸੇ ਤਰ੍ਹਾਂ ਆਹ ਜਿਹੜੀ ਹੈਗੀ ਹੈ x ਇਕੁਅਲ ਟੂ 5 ਦੇ ਉੱਤੇ ਮੈਕਸਿਮਮ x ਟੂ ਐਬਸੋਲੂਟ ਮੈਕਸਿਮਮ ਬਣ ਰਹੀ ਹੈ, ਇਹ ਤੁਹਾਨੂੰ ਨਜ਼ਰ ਆ ਰਿਹਾ 50 ਵਾ 2 ਐਡ ਕਰ ਦਿਓ 52 54 56 ਆ ਗਈ, ਠੀਕ ਹੈ। ਇਸੇ ਤਰ੍ਹਾਂ ਆ ਸਾਡਾ ਲੋਕਲ ਮੈਕਸਿਮਾ, ਆ ਸਾਡਾ ਲੋਕਲ ਮਿਨੀਮਾ, ਸਾਰਾ ਕੁਝ ਇਹਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ। ਨੈਕਸਟ ਆਪਣੇ ਕੋਲ ਐਗਜ਼ਾਮਪਲ 8, find the absolute maximum and minimum values of function f given by fx equals to 12x to the power 4 by 3 minus 6x to the power 1 by 3 where x belongs to minus 1 to 1। ਤਾਂ ਸਾਨੂੰ ਇੰਟਰਵਲ ਦਿੱਤਾ ਹੋਇਆ ਆ ਫੰਕਸ਼ਨ ਦਿੱਤਾ ਹੋਇਆ, ਠੀਕ ਹੈ। ਤਾਂ ਫੰਕਸ਼ਨ ਤੋਂ ਪਹਿਲਾਂ ਆਪਾਂ ਕ੍ਰਿਟੀਕਲ ਪੁਆਇੰਟਸ ਫਾਈਂਡ ਕਰੀਏ, ਐਂਡ ਪੁਆਇੰਟਸ ਤਾਂ ਸਾਨੂੰ ਇਸ ਇੰਟਰਵਲ ਤੋਂ ਪਤਾ ਚੱਲ ਜਾਣਗੇ। ਤਾਂ ਕ੍ਰਿਟੀਕਲ ਪੁਆਇੰਟਸ ਫਾਈਂਡ ਕਰੀਏ, ਤਾਂ ਕ੍ਰਿਟੀਕਲ ਪੁਆਇੰਟਸ ਫਾਈਂਡ ਕਰਨ ਵਾਸਤੇ ਆਪਾਂ ਨੂੰ ਡਿਫਰੈਂਸ਼ੀਏਟ ਕਰਾਂਗੇ। ਤਾਂ ਐਫ ਡੈਸ਼ ਐਕਸ ਫਾਈਂਡ ਕਰਦੇ ਹਾਂ, ਤਾਂ ਇੱਥੇ ਹੈਗਾ 12x ਟੂ ਦਾ ਪਾਵਰ 4 by 3, ਤਾਂ ਇੱਥੇ x ਦੀ ਪਾਵਰ n ਵਾਲਾ ਫਾਰਮੂਲਾ ਲੱਗੂਗਾ। ਤਾਂ 4 by 3 ਅੱਗੇ ਆ ਗਿਆ, ਇਹਦੀ ਪਾਵਰ 1 ਮਾਈਨਸ ਹੋ ਜਾਊਗੀ, ਤਾਂ 4 by 3 minus 1 ਇਹ ਹੋ ਜਾਊਗੀ 1 by 3 ਐਲਸੀਐਮ ਲੈ ਕੇ, ਹੈ ਨਾ। ਇਸੇ ਤਰ੍ਹਾਂ ਇੱਥੇ x ਦੀ ਪਾਵਰ 1 by 3 ਹੈ, ਤਾਂ ਇਹਦੀ ਵੀ ਇਸੇ ਤਰ੍ਹਾਂ x ਟੂ ਦੀ ਪਾਵਰ n ਵਾਲਾ ਫਾਰਮੂਲਾ 1 by 3 ਅੱਗੇ ਆ ਗਿਆ, ਤੇ x ਦੀ ਜਿਹੜੀ ਪਾਵਰ ਆ ਉਹ ਮਾਈਨਸ 1 ਘੱਟ ਜੂਗੀ 1 ਮਾਈਨਸ ਹੋ ਜਾਊਗੀ। ਤਾਂ ਆਹ ਜਦੋਂ ਐਲਸੀਐਮ ਲਵਾਂਗੇ ਤਾਂ x ਦੀ ਪਾਵਰ -2 by 3 ਹੈ। ਇੱਥੇ 3 ਤੇ 6 ਕੱਟ ਕੇ ਆ ਗਿਆ 2, ਤੇ ਆ ਜਿਹੜਾ ਹੈਗਾ ਪਾਵਰ -2 by 3 ਇਹ ਹੇਠਾਂ ਚਲੀ ਜਾਊਗੀ, ਤਾਂ -2 ਉੱਪਰ ਰਹਿ ਗਿਆ ਤੇ x ਦੀ ਪਾਵਰ ਹੇਠਾਂ ਜਾ ਕੇ ਪੋਜ਼ਿਟਿਵ ਹੋ ਗਈ। ਹੁਣ ਐਲਸੀਐਮ ਲਵਾਂਗੇ ਤਾਂ ਪਾਵਰਸ x ਦੀ ਪਾਵਰ 2 by 3 x ਦੀ ਪਾਵਰ 1 by 3 ਨਾਲ ਮਲਟੀਪਲਾਈ ਹੋ ਗਈ, ਤਾਂ ਪਾਵਰਸ ਮਲਟੀਪਲਾਈ x ਦੀਆਂ ਪਾਵਰਸ ਮਲਟੀਪਲਾਈ ਹੁੰਦੀਆਂ ਤਾਂ ਪਾਵਰ ਜੁੜ ਜਾਂਦੀਆਂ, ਜਦੋਂ x ਮਲਟੀਪਲਾਈ ਕਰਾਂਗੇ ਤਾਂ 1 by 3 ਤੇ 2 by 3 ਜੁੜ ਜਾਣਗੇ। ਤਾਂ ਇਹਦਾ ਜਦੋਂ ਐਲਸੀਐਮ ਲਾਉਂਗੇ ਉੱਪਰ 3 ਐਲਸੀਐਮ ਹੋ ਜਾਊਗਾ, 1 + 3 ਹੋ ਜਾਊਗਾ, ਸੌਰੀ 1 + 2 ਹੋ ਜਾਊਗਾ, ਠੀਕ ਹੈ ਨਾ। ਤਾਂ 2 + 1 3/3 1 ਹੋ ਜਾਊਗੀ, x ਦੀ ਪਾਵਰ 1 ਆ ਜਾਊਗਾ। ਤਾਂ ਉਹੀ ਅਸੀਂ ਇੱਥੇ ਲਿਖਿਆ x ਦੀ ਪਾਵਰ 1, ਇੱਥੇ 2 ਹੈਗਾ ਹੀ ਹੈ, ਠੀਕ ਹੈ ਨਾ, ਅਪੋਨ ਆ ਜਿਹੜੀ x ਟੂ ਦਾ ਪਾਵਰ 2 by 3 ਸੀਗਾ। ਇਹਦੇ ਚੋਂ 8 ਕਾਮਨ ਆਉਂਦਾ, ਸੌਰੀ 2 ਕਾਮਨ ਆਉਂਦਾ, 2 ਕਾਮਨ ਕਰ ਲਿਆ, ਇੱਥੇ ਬਚਿਆ 8x - 1, ਠੀਕ ਹੋ ਗਿਆ, ਅਪੋਨ x ਟੂ ਦਾ ਪਾਵਰ 2। ਤਾਂ ਕ੍ਰਿਟੀਕਲ ਪੁਆਇੰਟਸ ਫਾਈਂਡ ਕਰਨ ਵਾਸਤੇ ਅਸੀਂ ਕੀ ਕਰਦੇ ਹੁੰਦੇ, ਇਕੁਅਲ ਟੂ 0 ਪੁੱਟ ਕਰਦੇ ਹੁੰਦੇ ਹਾਂ, f' ਇਕੁਅਲ ਟੂ 0, ਤੇ f' ਇਕੁਅਲ ਟੂ 0 ਮਤਲਬ ਆ ਸਾਰਾ ਇਕੁਅਲ ਟੂ 0 ਹੈ, ਇਹ ਸਾਰਾ 0 ਕਦੋਂ ਹੋਏਗਾ, ਜਦੋਂ ਦਾ ਨਿਊਮਰੇਟਰ 0 ਹੋਏ। ਤਾਂ 8x - 1 ਇਹਦੇ ਨਾਲ 2 ਵੀ ਹੈ, 2 ਦਾ 0 ਨਹੀਂ ਹੋਣਾ, 8x - 1 ਇਕੁਅਲ ਟੂ 0 ਹੋ ਜਾਏ। ਇੱਥੋਂ x ਦੀ ਵੈਲਿਊ ਨਿਕਲੂਗੀ 1/8। ਤੇ ਇੱਕ ਚੀਜ਼ ਅਸੀਂ ਹੋਰ ਪੜ੍ਹੀ ਸੀ ਕ੍ਰਿਟੀਕਲ ਪੁਆਇੰਟਸ ਦੀ, ਜਦੋਂ ਆਪਾਂ ਡੈਫੀਨੇਸ਼ਨ ਪੜ੍ਹੀ ਸੀਗੀ, ਕੀ ਪੜ੍ਹੀ ਸੀ ਵੀ f' ਜਾਂ ਤਾਂ ਇਕੁਅਲ ਟੂ 0 ਹੋਵੇ ਜਾਂ f' ਫਾਈਂਡ ਨਹੀਂ ਕੀਤਾ ਜਾ ਸਕਦਾ ਹੋਵੇ। ਫਾਈਂਡ ਨਹੀਂ ਕੀਤਾ ਜਾ ਸਕਦਾ ਮਤਲਬ ਨਾਟ ਡਿਫਰੈਂਸ਼ੀਏਬਲ ਹੋਵੇ। ਤਾਂ ਆਪਾਂ ਯਾਦ ਕਰੀਏ ਕਿਵੇਂ ਕਰਿਆ ਸੀਗਾ ਅਸੀਂ ਕ੍ਰਿਟੀਕਲ ਪੁਆਇੰਟਸ ਦੇ ਵਿੱਚ,
point C in domain of function f at which f dash c equals to 0 or f is not differentiable, यानी f dash c फाइंड नहीं किया जा सकता, not differentiable। ਤਾਂ ਉਹਦੇ 'ਚ f dash ਗਾਂ ਅਸੀਂ ਲਿਖੀ ਸੀ not differentiable ਦੀ ਡੈਫੀਨੇਸ਼ਨ ਵੀ ਲਿਖੀ ਸੀ ਕੀ ਹੁੰਦੀ ਹੈ ਵੀ ਜਾਂ ਤਾਂ ਉੱਥੇ ਟੈਂਜੈਂਟ ਐਗਜ਼ਿਸਟ ਨਹੀਂ ਕਰਦੀ, ਟੈਂਜੈਂਟ ਡਸ ਨਾਟ ਐਗਜ਼ਿਸਟ, ਠੀਕ ਹੈ ਕਿ ਨਹੀਂ, ਜਾਂ ਟੈਂਜੈਂਟ ਐਗਜ਼ਿਸਟ ਤਾਂ ਕਰਦੀ ਹੈ ਪਰ ਉਹਦਾ ਸਲੋਪ ਕੀ ਹੁੰਦਾ dy by dx ਜਾਂ f dash x ਜਿਹਨੂੰ ਆਪਾਂ ਕਹਿੰਦੇ ਹਾਂ f dash x is not defined, यानी f dash x equals to infinity ਹੋਵੇ ਤਾਂ ਕੀ ਹੋਏਗੀ ਜਿਹੜੀ ਇਹਦੀ ਟੈਂਜੈਂਟ ਆ ਉਹ ਪੈਰਲਲ ਟੂ y ਐਕਸਿਸ ਬਣੇਗੀ। ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਇਹ ਜਿਹੜਾ ਫੰਕਸ਼ਨ ਆ ਨਾਨ ਡਿਫਰੈਂਸ਼ੀਏਬਲ ਹੁੰਦਾ। ਤਾਂ ਇਹ ਗੱਲ ਇੱਥੇ ਆ ਗਈ ਵੀ ਇੱਥੇ ਜੇ ਅਸੀਂ x ਦੀ ਵੈਲਿਊ 0 ਪੁੱਟ ਕਰੀਏ ਤਾਂ f dash x ਆ ਜਿਹੜਾ ਸਾਡਾ ਉਹ ਕੀ ਬਣ ਜਾਏਗਾ, ਇਨਫਿਨਿਟੀ ਬਣ ਜਾਏਗਾ। ਇਹਦਾ ਮਤਲਬ ਇੱਥੇ f dash x ਐਗਜ਼ਿਸਟ ਨਹੀਂ ਕਰਦਾ, ਤਾਂ ਇੱਥੇ ਜਿਹੜੀ ਟੈਂਜੈਂਟ ਆ ਉਹਦੀ ਜਿਹੜੀ ਸਲੋਪ ਆ ਪੈਰਲਲ ਟੂ y ਐਕਸਿਸ ਬਣੇਗੀ। ਤਾਂ ਆਹ ਵਾਲਾ ਪੁਆਇੰਟ x ਇਕੁਅਲ ਟੂ 0 ਵੀ ਸਾਡਾ ਕ੍ਰਿਟੀਕਲ ਪੁਆਇੰਟ ਹੈ। ਤਾਂ ਇਹ ਵਾਲਾ ਇਸ ਤਰੀਕੇ ਦਾ ਸ਼ਾਇਦ ਅਸੀਂ ਐਗਜ਼ਾਮਪਲ ਪਹਿਲਾਂ ਡਿਸਕਸ ਨਹੀਂ ਕੀਤਾ, ਇਸੇ ਕਰਕੇ ਮੈਂ ਐਗਜ਼ਾਮਪਲ ਲਿਆ ਸੀਗਾ। ਤਾਂ ਦੋ ਸਾਡੇ ਕੋਲ ਕ੍ਰਿਟੀਕਲ ਪੁਆਇੰਟ ਆ ਗਏ, ਇੱਕ ਤਾਂ x ਇਕੁਅਲ ਟੂ 0, ਇੱਕ ਆ ਗਿਆ x ਇਕੁਅਲ ਟੂ 1/8। ਤਾਂ ਹੁਣ ਅਸੀਂ ਵੈਲਿਊ ਕਿੱਥੇ ਫਾਈਂਡ ਕਰਨੀ ਹੈ f(x) ਦੀ, ਇਹਨਾਂ ਦੋ ਪੁਆਇੰਟਸ ਤੇ 0 ਤੇ 1/2 ਤੇ ਨਾਲ ਆ ਜਿਹੜੇ ਐਂਡ ਪੁਆਇੰਟਸ ਨੇ -1 ਤੇ 1, ਇਹਨਾਂ ਤੇ ਅਸੀਂ f(x) ਦੀ ਵੈਲਿਊ ਫਾਈਂਡ ਕਰਾਂਗੇ, ਚੈੱਕ ਕਰਾਂਗੇ ਕਿਹੜੀ ਵੈਲਿਊ ਵੱਡੀ ਹੈ ਕਿਹੜੀ ਛੋਟੀ ਹੈ। ਤਾਂ ਫਾਈਂਡ ਕਰਦੇ ਹਾਂ, ਦੇਖੋ ਪਹਿਲਾਂ f-1 ਫਾਈਂਡ ਕਰ, ਇੱਥੇ ਆ ਜਾਊਗਾ -1 ਦੀ ਪਾਵਰ 4/3, ਇੱਥੇ ਆ ਜਾਊਗਾ -1 ਦੀ ਪਾਵਰ 1/3। ਇਹ ਕਿਵੇਂ ਕੱਢਣੀ ਆ, ਦੇਖੋ ਆਪਾਂ -1 ਦੀ ਪਾਵਰ ਜਿਹੜੀ ਪਹਿਲਾਂ ਤਾਂ ਇੱਕ ਗੱਲ ਧਿਆਨ ਕਰੋ ਵੀ ਜਿਹੜਾ 1/3 ਪਾਵਰ ਹੈ, -1 ਦੀ ਪਾਵਰ 1/3 ਇਹਦਾ ਮਤਲਬ ਇਹਦੀ ਵੈਲਿਊ ਹੁੰਦੀ ਹੈ -1 ਦਾ ਕਿਊਬ ਰੂਟ ਹੈ, ਤੇ 1 ਦੀ ਪਾਵਰ 1/3 ਹੈ ਜਿਹੜੀ ਉਹਦੀ ਵੈਲਿਊ +1 ਹੁੰਦੀ ਹੈ। 1 ਦਾ ਤੇ ਕੋਈ ਮਰਜ਼ੀ ਪਾਵਰ ਉਹਦੀ ਵੈਲਿਊ ਤਾਂ 1 ਹੀ ਹੁੰਦੀ ਹੈ। ਤਾਂ -1 ਦਾ ਕਿਊਬ ਰੂਟ ਹੈ ਜਿਹੜਾ ਉਹ -1 ਹੁੰਦਾ। ਤਾਂ ਇਹਦੇ ਵਿੱਚ ਜਿਹੜਾ ਹੈਗਾ x ਦੀ ਪਾਵਰ -1 ਦੀ ਪਾਵਰ 4/3, ਇਹਦੀ ਵੈਲਿਊ ਕਿੱਦਾਂ ਨਿਕਲੇਗੀ, ਇਹਦੀ ਵੈਲਿਊ ਨਿਕਲੇਗੀ -1 ਨੂੰ ਅਸੀਂ ਪਹਿਲਾਂ ਉੱਪਰ ਜਿਹੜਾ ਇਹਦਾ ਹੈਗਾ ਉਹਦੀ ਕਰ ਲਾਂਗੇ ਤੇ ਉਹਦੇ ਅਗਾਂਹ ਪਾਵਰ 1/3 ਹੋਰ ਕਰ ਦਾਂਗੇ, ਜਦੋਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ 4/3 ਬਣ ਜਾਊਗਾ, ਦੇਖੋ ਠੀਕ ਹੈ ਨਾ। ਤਾਂ -1 ਦੀ ਪਾਵਰ 4, -1 ਦੀ ਇਵਨ ਪਾਵਰ +1 ਹੁੰਦੀ ਹੈ ਤੇ ਇਹਦੀ ਪਾਵਰ ਫਿਰ ਉੱਪਰ 1/3 ਹੈ। ਇਹ ਕੀ ਹੋ ਜਾਏਗਾ -1 ਦਾ ਕਿਊਬ ਰੂਟ ਹੋ ਜਾਊਗਾ, ਇਹਦੇ ਆਨਸਰ 1 ਆ ਜਾਊਗਾ। ਤਾਂ ਹੀ ਇੱਥੇ 1 ਲਿਖਿਆ ਹੋਇਆ ਹੈ ਤੇ ਇਹਦੀ ਵੈਲਿਊ ਆਏਗੀ -1 ਮੈਂ ਤੁਹਾਨੂੰ ਦੱਸੀ ਹੈ, -1 ਦਾ ਕਿਊਬ ਰੂਟ -1 ਹੁੰਦਾ। ਤਾਂ 12 × 1 1 ਹੋ ਗਿਆ, -6 × -1 +6 ਹੋ ਗਿਆ ਤੇ ਜੁੜ ਕੇ ਹੋ ਗਏ 18। ਤੇ f0 ਦੀ ਵੈਲਿਊ ਇੱਥੇ 0 ਪੁੱਟ ਕਰਾਂਗੇ, ਇਹ ਵੀ 0 ਹੋ ਜਾਊਗਾ, ਆ ਵੀ 0 ਹੋ ਜਾਊਗਾ, ਸਾਰੇ ਦਾ ਆਨਸਰ 0 ਹੋ ਜਾਊਗਾ। 1/8, ਹੁਣ 1/8 ਦਾ ਕਿਊਬ ਰੂਟ ਕਿੰਨਾ ਹੁੰਦਾ, 1 ਦਾ ਕਿਊਬ ਰੂਟ ਤਾਂ 1 ਹੀ ਹੁੰਦਾ, 8 ਦਾ ਕਿਊਬ ਰੂਟ 2 ਹੁੰਦਾ। ਤਾਂ 1/8 ਦੀ ਪਾਵਰ 1/3 ਉਹਦੀ ਥਾਂ ਤੇ ਆ ਜਾਊਗਾ 1/2। ਤੇ ਆ ਜਿਹੜੀ ਪਾਵਰ 4/3 ਹੈ ਇਹਨੂੰ ਵੀ ਉਸੇ ਤਰ੍ਹਾਂ 1 ਵਾਂਗੂ ਅਸੀਂ ਸੋਲਵ ਕਰਾਂਗੇ। ਕਿਵੇਂ ਕਰਾਂਗੇ, 1/8 ਦੀ ਪਾਵਰ 1/3 ਲਿਖ ਲਾਂਗੇ, ਉਹਦੇ ਬਾਅਦ ਅਸੀਂ ਪਾਵਰ 4 ਪਾ ਲਾਂਗੇ। ਹੁਣ ਜਦੋਂ ਮਲਟੀਪਲਾਈ ਕਰਾਂਗੇ ਤਾਂ 4/3, ਤਾਂ 1/8 ਦਾ ਕਿਊਬ ਰੂਟ 1/2 ਦੀ ਪਾਵਰ 4, ਇਹ ਕਿੰਨੀ ਹੋ ਗਈ 1/16। ਤਾਂ ਇੱਥੇ ਆ ਗਿਆ 1/16, 12 ਨਾਲ ਇਹ ਕੈਂਸਲ ਹੋ ਜਾਊਗਾ, 3 ਤੇ 4 ਇੱਥੇ ਵੀ ਆ ਕੈਂਸਲ ਹੋ ਜਾਊਗਾ, 3 ਤੇ 1, ਤਾਂ 3/4 -3 ਹੋ ਗਿਆ। ਐਲਸੀਐਮ ਲਵਾਂਗੇ ਤਾਂ ਇਹ ਆ ਜਾਊਗਾ -9/4 ਤੇ 1 ਪੁੱਟ ਕਰਾਂਗੇ f1, ਇਹਦੀ ਵੈਲਿਊ ਇੱਥੇ 1 ਆ ਗਿਆ, 1 ਦੀ ਤਾਂ ਕੁਛ ਮਰਜ਼ੀ ਪਾਵਰ ਹੋਵੇ ਆਨਸਰ 1 ਹੀ ਆਏਗਾ, ਇੱਥੇ ਵੀ 1 ਹੀ ਆਏਗਾ। ਤਾਂ 12 × 1 -6 × 1 6, 12 ਚੋਂ ਮਾਈਨਸ ਹੋ ਕੇ 6 ਤਾਂ ਇਹਦੀ ਸਭ ਤੋਂ ਵੱਡੀ ਪਾਵਰ, ਸਭ ਤੋਂ ਵੱਡੀ ਵੈਲਿਊ ਜਾਂ ਮੈਕਸਿਮਮ ਵੈਲਿਊ ਕਿੰਨੀ, ਐਬਸੋਲੂਟ ਮੈਕਸਿਮਮ 18 ਕਿੱਥੇ ਹੈ, x = -1 ਤੇ ਸਭ ਤੋਂ ਛੋਟੀ ਵੈਲਿਊ ਕਿੰਨੀ ਆ ਨੈਗੇਟਿਵ ਵਾਲੀ -9/4, ਕਿਹੜੇ ਪੁਆਇੰਟ ਤੇ, x = 1/8 ਤੇ, ਠੀਕ ਹੈ ਨਾ। ਇਹ ਸਾਡੀ ਐਬਸੋਲੂਟ ਮਿਨੀਮਮ ਵੈਲਿਊ। ਤੇ ਆ ਇੱਥੇ ਤੁਹਾਨੂੰ ਗ੍ਰਾਫ ਵੀ ਬਣਾ ਕੇ ਦਿਖਾਇਆ ਹੋਇਆ, ਦੇਖੋ ਇਸ ਫੰਕਸ਼ਨ ਦਾ ਗ੍ਰਾਫ ਹੈ ਤੇ ਆ ਸਾਡਾ ਇੰਟਰਵਲ ਹੈ -1 to 1, ਠੀਕ ਹੈ। ਇਹਦੇ ਵਿੱਚ ਤੁਸੀਂ ਚੈੱਕ ਕਰ ਰਹੇ ਹੋ
-1 ਦੇ ਉੱਤੇ ਸਭ ਤੋਂ ਵੱਧ ਵੈਲਿਊ ਹੈ ਇਹਦੀ, ਤਾਂ -1 ਤੇ ਕਿੰਨੀ ਆ ਵੈਲਿਊ 18। ਤੇ ਇਸੇ ਤਰ੍ਹਾਂ +9/4 ਤੇ 1/8 ਦੇ ਉੱਤੇ ਦੀ ਵੈਲਿਊ ਕਿੰਨੀ ਹੈ, ਮਾਈਨਸ ਦੇ ਵਿੱਚ -9/4। ਉਹਦਾ ਨੂੰ ਸੋਲਵ ਕਰਾਂਗੇ ਤਾਂ -2.25 ਹੈ। ਆਓ x = 0 ਪੁਆਇੰਟ ਹੈ, ਜਿੱਥੇ ਜਦੋਂ ਤੁਸੀਂ ਟੈਂਜੈਂਟ ਡਰਾ ਕਰੋਗੇ ਤਾਂ ਕਿੱਥੇ ਆਏਗੀ, y ਐਕਸਿਸ ਦੇ ਪੈਰਲਲ ਆਏਗੀ। ਇਹ ਉਹ ਬੜਾ ਕ੍ਰਿਟੀਕਲ ਪੁਆਇੰਟ ਹੈ। ਤਾਂ ਸਾਰੀਆਂ ਗੱਲਾਂ ਇਹਦੀ ਤੁਹਾਨੂੰ ਗ੍ਰਾਫ ਦੇ ਵਿੱਚ ਕਲੀਅਰ ਹੋ ਜਾਣਗੀਆਂ ਜਿਹੜੀਆਂ ਮੈਂ ਬੋਲੀਆਂ ਸੀਗੀਆਂ। ਠੀਕ ਹੈ।